सत श्री अकाल जी। तुसी देख रहे हो साडा यूट्यूब चैनल दिवजोत अकैडमी। मेरा नाम है मनप्रीत कौर। मैं पंजाबी विभाग पंजाब यूनिवर्सिटी चंडीगढ़ दी रिसर्च स्कॉलर हाँ। अज असी मास्टर केडर ते लैक्चर केडर दी तैयारी करदे सारे ही विद्यार्थियों दे लई एक खास वीडियो लैके आए हैं, जिहदे विच अज असी करांगे वाक दी बनतर। वाक की हुंदा ते वाक दी बनतर किद्दां किद्दां जिहड़ी आ बनाई जांदी है, या वाक नूं किहड़े-किहड़े भागां दे विच वंडिया जा सकदा, इस सारे कासे दी जानकारी असी अज करांगे। शुरू करदे हां साडा अज दा विशा। पहला सवाल तां यही बन रिहा कि वाक की है। वाक है ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ। ਇਸ ਤੋਂ ਵੱਡੀ ਵਿਆਕਰਨਿਕ ਇਕਾਈ ਜਿਹੜੀ ਉਹ ਭਾਸ਼ਾ ਦੇ ਵਿੱਚ ਨਹੀਂ ਹੁੰਦੀ। ਸਭ ਤੋਂ ਵੱਡੀ ਜਿਹੜੀ ਵਿਆਕਰਨਿਕ ਇਕਾਈ ਆ ਉਹਨੂੰ ਅਸੀਂ ਵਾਕ ਕਹਿੰਦੇ ਆ। ਹੈਲੀਡੇ ਨੇ ਇਹਨੂੰ ਸਮਝਾਉਣ ਦੇ ਲਈ ਇੱਕ ਰੈਕ ਸਕੇਲ ਵਰਤਿਆ। ਉਹਦੇ ਵਿੱਚ ਉਹਨੇ ਇਹ ਦੱਸਿਆ ਕਿ ਕਿਹੜੀ ਸਭ ਤੋਂ ਵੱਡੀ ਇਕਾਈ ਆ। ਤਾਂ ਉਹਦਾ ਮੰਨਣਾ ਕਿ ਪਹਿਲੇ ਨੰਬਰ ਤੇ ਵਾਕਾਂਸ਼ ਆਉਂਦੇ ਨੇ। ਵਾਕਾਂਸ਼ ਸਭ ਤੋਂ ਛੋਟੀ ਇਕਾਈ ਆ। ਉਸ ਤੋਂ ਵੱਡੀ ਇਕਾਈ ਨੂੰ ਉਹਨੇ ਉਪਵਾਕ ਦਾ ਨਾਮ ਦਿੱਤਾ। ਉਪਵਾਕ ਜਿਹੜੇ ਆ ਉਸ ਤੋਂ ਵੱਡੇ ਹੁੰਦੇ ਨੇ ਤੇ ਉਪਵਾਕ ਤੋਂ ਵੀ ਵੱਡਾ ਵਾਕ ਹੁੰਦਾ। ਤਾਂ ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਨੂੰ ਅਸੀਂ ਵਾਕ ਕਹਿੰਦੇ ਆ। ਵਾਕ ਜਿਹੜਾ ਹੈ ਇਹਦੇ ਵਿੱਚ ਆ ਕੇ ਵਾਕਾਂਸ਼ ਤੇ ਉਪਵਾਕ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ। ਅਸੀਂ ਇਹਨਾਂ ਦਾ ਵੀ ਅਧਿਐਨ ਵਾਕ ਦੇ ਅੰਦਰ ਹੀ ਕਰਦੇ ਆ। ਤੇ ਜਦੋਂ ਅਸੀਂ ਵਾਕ ਦੀ ਗੱਲ ਕਰਦੇ ਆ ਤਾਂ ਜਿੰਨੇ ਵੀ ਇਹਦੇ ਵਿੱਚ ਬਾਕੀ ਦੀਆਂ ਇਕਾਈਆਂ ਕਾਰਜਸ਼ੀਲ ਹੁੰਦੀਆਂ ਨੇ ਉਹ ਵਾਕ ਦੇ ਪੱਧਰ ਤੇ ਆ ਕੇ ਸਾਰੀਆਂ ਦੀਆਂ ਸਾਰੀਆਂ ਸੰਪੂਰਨ ਹੋ ਜਾਂਦੀਆਂ ਨੇ। वाक किसी चीज का हिस्सा नहीं हुंदा, बल्कि बाकी दियां जिन्नियां इकाइयां ने, चाहे उपवाका, चाहे वो वाकांशा, चाहे वो लिंगा, बचना, नावा, पड़नावा, जो भी आ वो सारे वाक का हिस्सा हुंदे ने ते वाक नूं साकार करदे ने। सो वाक भाषा दी वड्डी तो वड्डी व्याकरणिक इकाई नूं आख्या जांदा है। रवायती व्याकरण दे विच वाक नूं दो भागां च वंड लिया जांदा सी, यानी दो हिस्सियां च वंड के वाक दा विश्लेषण कीता जांदा सी। एक सी उद्देश, दूसरा सी विधेय। उद्देश ते विधेय दे विच जिहड़ा वाक आ ओनू वंडिया जांदा सी। उद्देश ते विधेय की आ? उद्देश हुंदा सीगा जिस बारे कोई गल कीती जांदी सी। उद्देश की आ? जिस बारे कुछ कहा गया है। मेरी लिखाई कुछ ज्यादा वधिया नहीं है, पर तुसी लिखाई वाल नहीं कॉन्सैप्ट वाल ध्यान देना वा। ਤਾਂ ਵਿਧੇय ਕੀ ਆ? ਉਸ ਬਾਰੇ ਜੋ ਕਿਹਾ ਗਿਆ, ਜੋ ਕਿਹਾ ਗਿਆ। ਉਦੇਸ਼ ਜਿਸ ਬਾਰੇ ਕੁਝ ਕਿਹਾ ਗਿਆ, ਵਿਧੇय ਜੋ ਉਸ ਬਾਰੇ ਕਿਹਾ ਗਿਆ, ਉਹਨੂੰ ਅਸੀਂ ਵਿਧੇय ਕਹਿੰਦੇ ਆ। ਤਾਂ ਹੁਣ ਮੈਂ ਇੱਥੇ ਇੱਕ ਲਿਖਦੀ ਆ, ਰੋਗੀ ਬਿਮਾਰ ਹੈ। ਹੁਣ ਰੋਗੀ ਬਿਮਾਰ ਹੈ, ਇਹਦੇ ਵਿੱਚ ਉਦੇਸ਼ ਕਿਹੜਾ ਹੋਏਗਾ ਤੇ ਵਿਧੇय ਕਿਹੜਾ ਹੋਏਗਾ? ਤਾਂ ਰੋਗੀ ਜਿਹੜਾ ਇਹ ਉਦੇਸ਼ ਹੋਊਗਾ ਕਿਉਂਕਿ ਉਹਦੇ ਬਾਰੇ ਕਿਹਾ ਗਿਆ, ਤੇ ਉਹਦੇ ਬਾਰੇ ਕੀ ਕਿਹਾ ਗਿਆ ਕਿ ਉਹ ਬਿਮਾਰ ਆ। ਤਾਂ ਬਿਮਾਰ ਹੈ ਕੀ ਆ? ਵਿਧੇय ਆ। ਇਹ ਹਮੇਸ਼ਾ ਯਾਦ ਰੱਖਿਓ ਕਿ ਉਦੇਸ਼ ਹਮੇਸ਼ਾ ਵਾਕ ਦੇ ਪਹਿਲੇ ਨੰਬਰ ਤੇ ਆਏਗਾ। ਮਤਲਬ ਜਿਹੜਾ ਉਹਦਾ ਪਹਿਲਾ ਹੋਏਗਾ, ਅੱਖਰ ਨਹੀਂ ਕਹਿ ਸਕਦੇ, ਜੋ ਵਾਕ ਦਾ ਪਹਿਲਾ ਹਿੱਸਾ ਹੋਏਗਾ ਉਸਨੂੰ ਅਸੀਂ ਉਦੇਸ਼ ਕਹਾਂਗੇ, ਤੇ ਜੋ ਵਾਕ ਦਾ ਬਾਕੀ ਦਾ ਹਿੱਸਾ ਹੋਏਗਾ ਉਹਨੂੰ ਅਸੀਂ ਵਿਧੇय ਕਹਾਂਗੇ। ਅਕਸਰ ਹੀ ਜਿਹੜਾ ਉਦੇਸ਼ ਆ ਉਹਦੇ ਵਿੱਚ ਨਾਪ ਪੜਨਾਵ ਜਿਹੜਾ ਉਹ ਆਉਂਦਾ ਹੈ, ਜਾਂ ਕਰਤਾ ਜਿਹੜਾ ਜੋ ਕਰਨ ਵਾਲਾ ਕੰਮ ਨੂੰ, ਉਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨੂੰ ਅਸੀਂ ਉਦੇਸ਼ ਕਹਿੰਦੇ ਹਾਂ। ਮਤਲਬ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੇ ਜੋ ਉਸ ਬਾਰੇ ਗੱਲ ਕਰ ਰਹੇ ਹਾਂ ਉਹਨੂੰ ਅਸੀਂ ਵਿਧੇय ਕਹਿੰਦੇ ਹਾਂ। ਤਾਂ ਪਰੰਪਰਿਕ ਵਿਆਕਰਨ ਦੇ ਆਧਾਰ ਤੇ ਉਦੇਸ਼ ਤੇ ਵਿਧੇय ਦੋ ਹਿੱਸੇ ਇਹਦੇ ਕੀਤੇ ਜਾਂਦੇ ਸੀ ਵਾਕ ਦੇ। ਇਹਦੇ ਤੋਂ ਇਲਾਵਾ ਵਾਕ ਨੂੰ ਉਚਾਰ ਦੇ ਪੱਧਰ ਤੇ ਵੀ ਵੰਡ ਕੇ ਵੇਖਿਆ ਜਾਂਦਾ ਸੀ। ਉਚਾਰ ਦੇ ਪੱਧਰ ਤੇ ਵਾਕ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ। ਉਚਾਰ ਦੇ ਪੱਧਰ ਤੇ ਪਹਿਲਾ ਹੈ ਅਪੂਰਨ ਉਚਾਰ, दूसरा है बने बनाए उचार। ਤਾਂ ਉਚਾਰ ਦੇ ਪੱਧਰ ਤੇ ਵਾਕ ਦੋ ਕਿਸਮ ਦਾ ਹੁੰਦਾ, ਅਪੂਰਨ ਉਚਾਰ ਤੇ ਬਣੇ ਬਣਾਏ ਉਚਾਰ। ਅਪੂਰਨ ਉਚਾਰ ਅਸੀਂ ਕਿਹਨੂੰ ਕਹਿੰਦੇ ਆ? ਜਿਹੜੇ ਆਪਣੇ ਆਪ ਦੇ ਵਿੱਚ ਪੂਰਨ ਨਹੀਂ ਹੁੰਦੇ, ਜਿਨ੍ਹਾਂ ਦੀ ਸਾਰਥਕਤਾ ਹਮੇਸ਼ਾ ਉਹਦੇ ਪਹਿਲੇ ਵਾਕ ਤੋਂ ਸਾਨੂੰ ਪਤਾ ਲੱਗਦੀ ਹੈ। ਫॉर एग्जाम्पल जे मैं कहा कि तू कल किथे गया सी ते सामने वाला मैनू उत्तर दवे दिल्ली,
ਤਾਂ ਦਿੱਲੀ ਕੀ ਆ, ਅਪੂਰਨ ਉਚਾਰ ਆ, ਆਪਣੇ ਆਪ ਦੇ ਵਿੱਚ ਇਹ ਪੂਰਾ ਵਾਕ ਜਿਹੜਾ ਉਹ ਨਹੀਂ ਆ, ਅਪੂਰਨ ਵਾਕ ਆ। ਤਾਂ ਇਹ ਅਪੂਰਨ ਉਚਾਰ ਜਿਹੜਾ, ਪਰ ਇਹ ਸਾਰਥਕ ਕਿਵੇਂ ਹੋ ਰਿਹਾ, ਇਹ ਸਾਰਥਕ ਹੋ ਰਿਹਾ ਉਸ ਤੋਂ ਪਹਿਲਾਂ ਵਾਲੀ ਗੱਲ 'ਚ, ਕਿ ਉਸਨੂੰ ਪੁੱਛਿਆ ਗਿਆ ਕਿ ਤੂੰ ਕੱਲ ਕਿੱਥੇ ਗਿਆ ਸੀ, ਤਾਂ ਜਵਾਬ 'ਚ ਉਸਨੇ ਕਿਹਾ ਦਿੱਲੀ। ਇਸ ਤਰ੍ਹਾਂ ਦੇ ਉਚਾਰਾਂ ਨੂੰ ਅਸੀਂ ਕਹਿੰਦੇ ਆ ਅਪੂਰਨ ਉਚਾਰ। ਅਪੂਰਨ ਉਚਾਰ ਹੈ ਉਹ ਉਚਾਰ ਜਿਹੜਾ ਕਿ ਆਪ ਤੋਂ ਪਹਿਲਾਂ ਵਾਲੀ ਗੱਲ ਦੇ ਵਿੱਚ ਆ ਕੇ ਸਾਰਥਕ ਬਣਦਾ ਹੈ। ਜਿਵੇਂ ਤੁਹਾਡਾ ਕੀ ਹਾਲ ਹੈ, ਵਧੀਆ। ਤਾਂ ਇਹ ਜਿਹੜਾ ਵਧੀਆ ਸ਼ਬਦ ਆ, ਇਹ ਉਸ ਤੋਂ ਪਹਿਲਾਂ ਵਾਲੇ ਜਿਹੜੇ ਪ੍ਰਸ਼ਨ ਆ ਉਹਦੇ ਵਿੱਚੋਂ ਆਪਣਾ ਅਰਥ ਗ੍ਰਹਿਣ ਕਰ ਰਿਹਾ। ਇਸ ਤਰ੍ਹਾਂ ਦੇ ਉਚਾਰਾਂ ਨੂੰ ਅਸੀਂ ਅਪੂਰਨ ਉਚਾਰ ਕਹਿੰਦੇ ਆ। ਬਣੇ ਬਣਾਏ ਉਚਾਰ ਕਿਹੜੇ ਨੇ? ਉਹ ਉਚਾਰ ਜਿਹੜੇ ਕਿਸੇ ਭਾਸ਼ਾ, ਕਿਸੇ ਸਮਾਜ ਜਾਂ ਕਿਸੇ ਸੱਭਿਆਚਾਰ ਦੇ ਵਿੱਚ ਆਟੋਮੈਟਿਕਲੀ ਬਣੇ ਹੁੰਦੇ ਨੇ। ਜਿਵੇਂ ਪੰਜਾਬੀ ਬੋਲਣ ਵਾਲੇ ਸਾਰੇ ਬੁਲਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਨੂੰ ਮਾਣ ਸਤਿਕਾਰ ਦੇ ਨਾਲ ਮਿਲਦੇ ਹਾਂ ਤਾਂ ਉਸਨੂੰ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਦੇ ਉਚਾਰ ਜਿਹੜੇ ਆਪਣੇ ਆਪ ਸੱਭਿਆਚਾਰਕ ਪੱਧਰ ਤੇ ਬਣੇ ਹੋਣ, ਉਹਨਾਂ ਨੂੰ ਅਸੀਂ ਬਣੇ ਬਣਾਏ ਉਚਾਰ ਕਹਿੰਦੇ ਆ। ਜਿਵੇਂ ਧੰਨਵਾਦ, ਸਤਿ ਸ਼੍ਰੀ ਅਕਾਲ। ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਅਖਾਣ ਤੇ ਮੁਹਾਵਰਿਆਂ ਨੂੰ ਵੀ ਸ਼ਾਮਿਲ ਕਰਦੇ ਹਾਂ। ਉਹ ਦਿਨ ਡੁੱਬਾ ਜਿਸ ਦਿਨ ਘੋੜੀ ਚੜਿਆ ਕੁੱਬਾ, ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਸਾਰੇ ਜਿਹੜੇ ਉਚਾਰ ਆ, ਇਹਨਾਂ ਨੂੰ ਅਸੀਂ ਬਣੇ ਬਣਾਏ ਉਚਾਰ ਕਹਿੰਦੇ ਆ। ਇਹ ਵੀ ਜਿਹੜੇ ਆ ਪੂਰਨ ਨਹੀਂ ਹੁੰਦੇ, ਆਪਣੇ ਆਪ ਚ ਅਧੂਰੇ ਹੁੰਦੇ ਨੇ, ਪਰ ਅਧੂਰੇ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਜਿਹੜੀ ਪੂਰੀ ਮਾਨਤਾ ਹੁੰਦੀ ਆ, ਮਤਲਬ ਕਿ ਆਪਣਾ ਅਰਥ ਗ੍ਰਹਿਣ ਕਰਾਉਣ ਦੇ ਵਿੱਚ ਬਿਲਕੁਲ ਸਹੀ ਹੁੰਦੇ ਨੇ। ਇਹਨਾਂ ਦਾ ਅਰਥ ਜਿਹੜਾ ਵਾ ਉਹ ਹਰ ਭਾਸ਼ਾ ਬੁਲਾਰੇ ਨੂੰ ਆਉਂਦਾ ਹੁੰਦਾ ਹੈ। ਤਾਂ ਉਚਾਰ ਦੇ ਪੱਧਰ ਤੇ ਦੋ ਭਾਗਾਂ 'ਚ ਬਣਦੇ ਆ, ਅਪੂਰਨ ਉਚਾਰ ਤੇ ਬਣੇ ਬਣਾਏ ਉਚਾਰ। ਇਸ ਤੋਂ ਇਲਾਵਾ ਜੋ ਅੱਜ ਕੱਲ ਦੀ ਵਿਆਕਰਨ ਆ, ਉਹਦੇ ਪੱਧਰ ਦੇ ਉੱਤੇ ਇਹ ਸੀ ਰਵਾਇਤੀ ਵਿਆਕਰਨ ਦੇ ਆਧਾਰ ਦੇ ਉੱਤੇ ਜਿਹੜੇ ਮੈਂ ਕਿਸਮਾਂ ਦੱਸੀਆਂ। ਹੁਣ ਜਿਹੜੀ ਮਾਡਰਨ ਸਾਡੀ ਵਿਆਕਰਨ ਆ, ਉਹਦੇ ਆਧਾਰ ਦੇ ਉੱਤੇ ਅਸੀਂ ਵਾਕ ਨੂੰ ਜਿਹੜਾ ਵੰਡਦੇ ਆ, ਉਹ ਅਸੀਂ ਦੋ ਤਰੀਕਿਆਂ ਨਾਲ ਵੰਡਦੇ ਆ। ਪਹਿਲਾ ਹੈ ਕਾਰਜ ਦੇ ਆਧਾਰ ਤੇ ਦੂਸਰਾ ਹੈ ਬਣਤਰ ਦੇ ਆਧਾਰ ਤੇ। ਤਾਂ ਇਹ ਦੋ ਤਰੀਕੇ ਨੇ ਸਾਡੇ ਕੋਲ ਵਾਕ ਦੀ ਬਣਤਰ ਨੂੰ ਸਮਝਣ ਦੇ, ਕਾਰਜ ਦੇ ਆਧਾਰ ਤੇ ਬਣਤਰ ਦੇ ਆਧਾਰ ਤੇ। ਪਹਿਲਾਂ ਅਸੀਂ ਕਰਾਂਗੇ ਬਣਤਰ ਦੇ ਆਧਾਰ ਦੇ ਉੱਤੇ। ਬਣਤਰ ਦੇ ਆਧਾਰ ਤੇ ਅਸੀਂ ਇਹਨੂੰ ਅੱਗੇ ਹਿੱਸਿਆਂ 'ਚ ਵੰਡ ਸਕਦੇ ਹਾਂ। ਬਣਤਰ ਦੇ ਆਧਾਰ ਤੇ ਇਹ ਚਾਰਟ ਦੇ ਰਾਹੀਂ ਅਸੀਂ ਸਾਰੀ ਦੀ ਸਾਰੀ ਗੱਲ ਜਿਹੜੀ ਹੈ ਸਮਝ ਸਕਦੇ ਹਾਂ। ਬਣਤਰ ਦੇ ਆਧਾਰ ਦੇ ਉੱਤੇ ਅਸੀਂ ਇਹਨੂੰ ਦੋ ਭਾਗਾਂ 'ਚ ਵੰਡਦੇ ਹਾਂ। ਪਹਿਲੇ ਹੈ ਇੱਕ ਕਿਰਿਆਵੀ ਵਾਕ, ਤੇ ਦੂਸਰਾ ਹੈ ਬਹੁ ਕਿਰਿਆਵੀ ਵਾਕ। ਇੱਕ ਕਿਰਿਆਵੀ ਵਾਕ ਉਹ ਹੁੰਦੇ ਨੇ ਜਿਹਦੇ ਵਿੱਚ ਸਿਰਫ ਇੱਕੋ ਹੀ ਕਿਰਿਆ ਕਾਰਜਸ਼ੀਲ ਰਹਿੰਦੀ ਹੈ, ਜਿਹਦੇ ਵਿੱਚ ਹੋਰ ਕਿਰਿਆ ਜਿਹੜੀ ਉਹ ਨਹੀਂ ਹੁੰਦੀ। ਤਾਂ ਇੱਕ ਕਿਰਿਆਵੀ ਵਾਕ ਦੇ ਵਿੱਚ ਅੱਗੋਂ ਅਸੀਂ ਰੱਖਦੇ ਹਾਂ ਸਧਾਰਨ ਵਾਕ ਨੂੰ। ਬੜੀ ਵਾਰ ਵਿਦਿਆਰਥੀ ਜਿਹੜੇ ਬਹੁਤ ਕਨਫਿਊਜ਼ ਹੋ ਜਾਂਦੇ ਆ, ਉਹਨਾਂ ਨੂੰ ਇੱਕ ਕਿਰਿਆਵੀ ਵਾਕ ਤੇ ਬਹੁ ਕਿਰਿਆਵੀ ਵਾਕ ਦੇ ਵਿੱਚ ਹਮੇਸ਼ਾ ਉਲਝ ਕੇ ਰਹਿ ਜਾਂਦੇ ਆ। ਤਾਂ ਉਲਝਣਾ ਨਹੀਂ ਹੈ। ਇੱਕ ਕਿਰਿਆਵੀ ਵਾਕ ਦੇ ਅੰਦਰ ਸਧਾਰਨ ਵਾਕ ਆਉਂਦਾ। ਸਧਾਰਨ ਵਾਕ ਨੂੰ ਅਸੀਂ ਇੱਕ ਕਿਰਿਆਵੀ ਵਾਕ ਕਹਿੰਦੇ ਆ। ਬਹੁ ਕਿਰਿਆਵੀ ਵਾਕ ਦੇ ਅੱਗੋਂ ਦੋ ਹਿੱਸੇ ਨੇ। ਪਹਿਲਾ ਹੈ ਸੰਯੁਕਤ ਵਾਕ ਤੇ ਦੂਸਰਾ ਹੈ ਮਿਸ਼ਰਤ ਵਾਕ। ਸੰਯੁਕਤ ਵਾਕ ਤੇ ਮਿਸ਼ਰਤ ਵਾਕ ਜਿਹੜੇ ਆ, ਇਹ ਬਹੁ ਕਿਰਿਆਵੀ ਵਾਕ ਦੇ ਹਿੱਸੇ ਨੇ। ਬਣਤਰ ਦੇ ਆਧਾਰ ਤੇ ਅਸੀਂ ਵਾਕਾਂ ਨੂੰ ਦੋ ਭਾਗਾਂ 'ਚ ਵੰਡਿਆ, ਇੱਕ ਕਿਰਿਆਵੀ ਵਾਕ ਤੇ ਬਹੁ ਕਿਰਿਆਵੀ ਵਾਕ। ਇੱਕ ਕਿਰਿਆਵੀ ਵਾਕ 'ਚ ਅਸੀਂ ਸਧਾਰਨ ਵਾਕ ਨੂੰ ਲੈਂਦੇ ਹਾਂ, ਬਹੁ ਕਿਰਿਆਵੀ ਵਾਕ 'ਚ ਅਸੀਂ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਨੂੰ ਲੈਂਦੇ ਹਾਂ। ਤਾਂ ਹੁਣ ਜੇ ਤੁਹਾਨੂੰ ਬਣਤਰ ਦੇ ਆਧਾਰ ਦੇ ਉੱਤੇ ਪੁੱਛਿਆ ਜਾਵੇ ਤਾਂ ਬਣਤਰ ਦੇ ਆਧਾਰ ਤੇ ਕਈ ਵਾਰੀ ਉਹ ਕਹਿ ਦਿੰਦੇ ਨੇ ਕਿ ਵਾਕ ਦੇ ਤਿੰਨ ਹਿੱਸੇ ਨੇ। ਤਾਂ ਤਿੰਨ ਹਿੱਸੇ ਵੀ ਬਣ ਰਹੇ ਨੇ। ਕਿਹੜੇ ਕਿਹੜੇ ਬਣ ਰਹੇ ਨੇ? ਸਧਾਰਨ ਵਾਕ, ਸੰਯੁਕਤ ਵਾਕ ਤੇ ਮਿਸ਼ਰਤ ਵਾਕ। ਆਓ ਜਾਣਦੇ ਹਾਂ ਸਧਾਰਨ ਵਾਕ ਕੀ ਹੁੰਦਾ, ਸੰਯੁਕਤ ਵਾਕ ਕੀ ਹੁੰਦਾ ਤੇ ਮਿਸ਼ਰਤ ਵਾਕ ਕੀ ਹੁੰਦਾ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਸਧਾਰਨ ਵਾਕ। ਸਧਾਰਨ ਵਾਕ, ਸਧਾਰਨ ਵਾਕ ਕੀ ਆ? ਸਧਾਰਨ ਵਾਕ ਉਹ ਵਾਕ ਹੁੰਦਾ ਜਿਹਦੀ ਸਿਰਫ ਇੱਕ ਹੀ ਕਿਰਿਆ ਹੁੰਦੀ ਆ। ਇਹਦੇ ਵਿੱਚ ਜਿਹੜੇ ਨਾਂਵ ਵਾਕਾਂਸ਼ ਨੇ ਉਹ ਜ਼ਿਆਦਾ ਹੋ ਸਕਦੇ ਨੇ, ਇੱਕ ਤੋਂ ਵਧੇਰੇ ਹੋ ਸਕਦੇ ਨੇ, ਪਰ ਜਿਹੜੀ ਕਿਰਿਆ ਉਹ ਹਮੇਸ਼ਾ ਇੱਕ ਹੀ ਰਹਿੰਦੀ ਆ। ਤਾਂ ਜਿਹੜਾ ਬਿਲਕੁਲ ਹੀ ਸਧਾਰਨ ਵਾਕ ਆ, ਜਿਹਦੀ ਸਿਰਫ ਇੱਕ ਕਿਰਿਆ, ਉਹਨੂੰ ਅਸੀਂ ਸਧਾਰਨ ਵਾਕ ਜਾਂ ਉਹਨੂੰ ਅਸੀਂ ਇੱਕ ਕਿਰਿਆਵੀ ਵਾਕ ਵੀ ਕਹਿੰਦੇ ਆ। ਤਾਂ ਸਧਾਰਨ ਵਾਕ ਜਿਵੇਂ ਕਿ ਬੱਚਾ ਹੱਸਦਾ ਹੈ, ਇਹ ਜਿਹੜਾ ਸਧਾਰਨ ਵਾਕ ਆ, ਇਹਦੇ ਵਿੱਚ ਜਿਹੜਾ ਇੱਕ ਕਿਰਿਆ ਵਰਤੀ ਗਈ ਹੈ। ਉਸ ਤੋਂ ਬਾਅਦ ਹੈ ਸੰਯੁਕਤ ਵਾਕ।
ਸੰਯੁਕਤ ਵਾਕ ਕੀ ਆ? ਜਦੋਂ ਦੋ ਉਪਵਾਕਾਂ ਨੂੰ ਆਪਸ ਵਿੱਚ ਜੋੜ ਕੇ ਕੋਈ ਵਾਕ ਬਣਾਇਆ ਜਾਂਦਾ ਤਾਂ ਉਹਨੂੰ ਸੰਯੁਕਤ ਵਾਕ ਕਹਿੰਦੇ ਨੇ। ਇਹਦੇ ਵਿੱਚ ਦੋ ਜਿਹੜੇ ਉਪਵਾਕ ਨੇ ਉਹ ਕਾਰਜਸ਼ੀਲ ਹੁੰਦੇ ਨੇ। ਇਹ ਸਾਨੂੰ ਯਾਦ ਰੱਖਣਾ ਪਵੇਗਾ ਕਿ ਇਹਦੇ ਵਿੱਚ ਜਿਹੜਾ ਸਵਾਧੀਨ ਉਪਵਾਕ ਹੀ ਹੁੰਦੇ ਨੇ, ਪ੍ਰਾਧੀਨ ਉਪਵਾਕ ਨਹੀਂ ਹੁੰਦੇ। ਤਾਂ ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਸਵਾਧੀਨ ਤੇ ਪ੍ਰਾਧੀਨ ਦੇ ਵਿੱਚ ਕੀ ਫਰਕ ਆ? ਸਵਾਧੀਨ ਉਪਵਾਕ ਉਹ ਉਪਵਾਕ ਹੁੰਦਾ ਜਿਹੜਾ ਆਪਣੇ ਆਪ ਦੇ ਵਿੱਚ ਵਾਕ ਬਣਨ ਦੀ ਸਮਰੱਥਾ ਰੱਖਦਾ ਹੁੰਦਾ, ਜਿਹਨੂੰ ਅਸੀਂ ਸੰਪੂਰਨ ਵਾਕ ਵੀ ਕਹਿ ਸਕਦੇ ਹਾਂ, ਪਰ ਜਦੋਂ ਉਹ ਕਿਸੇ ਵੱਡੇ ਵਾਕ ਦਾ ਹਿੱਸਾ ਬਣਦਾ ਵਾ ਤਾਂ ਉਦੋਂ ਉਹ ਸਵਾਧੀਨ ਉਪਵਾਕ ਮੰਨਿਆ ਜਾਂਦਾ। ਉਦਾਹਰਨ ਦੇ ਤੌਰ ਤੇ, ਮੈਂ ਪੜ੍ਹ ਰਹੀ ਹਾਂ, ਅਤੇ ਮੇਰਾ ਭਰਾ ਖੇਡ ਰਿਹਾ ਹੈ। ਹੁਣ ਇਹਦੇ ਵਿੱਚੋਂ ਜਿਹੜਾ ਮੈਂ ਪੜ੍ਹ ਰਹੀ ਹਾਂ ਇਹ ਆਪਣੇ ਆਪ ਚ ਸੰਪੂਰਨ ਵਾਕ ਆ। ਮੇਰਾ ਭਰਾ ਖੇਡ ਰਿਹਾ ਹੈ ਇਹ ਵੀ ਆਪਣੇ ਆਪ ਚ ਸੰਪੂਰਨ ਵਾਕ ਬਣਨ ਦੀ ਸਮਰੱਥਾ ਰੱਖਦਾ। ਇਹ ਦੋਨੋਂ ਵਾਕ ਸੰਪੂਰਨ ਨੇ ਆਪਣੇ ਆਪ ਦੇ ਵਿੱਚ, ਪਰ ਜਦੋਂ ਇਹਨੂੰ ਅਸੀਂ ਤੇ ਦੇ ਨਾਲ ਜੋੜਿਆ ਤਾਂ ਉਹਦੇ ਨਾਲ ਕੀ ਹੋ ਗਿਆ ਕਿ ਇਹ ਪੂਰੇ ਦਾ ਪੂਰਾ ਇੱਕ ਵਾਕ ਬਣ ਗਿਆ। ਤਾਂ ਇਹਦੇ ਅੰਦਰ ਜਿਹੜੀਆਂ ਕਾਰਜਸ਼ੀਲ ਇਕਾਈਆਂ ਨੇ, ਜਿਹੜਾ ਮੈਂ ਪੜ੍ਹ ਰਹੀ ਹਾਂ, ਮੇਰਾ ਭਰਾ ਖੇਡ ਰਿਹਾ ਹੈ, ਇਹਨੂੰ ਅਸੀਂ ਸਵਾਧੀਨ ਉਪਵਾਕ ਕਹਾਂਗੇ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਪੂਰਾ ਵਾਕ ਬਣਨ ਦੀ ਸਮਰੱਥਾ ਰੱਖਦਾ। ਤੇ ਜੇ ਇਹੀ ਕੋਈ ਹੋਰ ਵਾਕ ਹੁੰਦਾ ਜਿਹੜਾ ਕਿ ਆਪਣੇ ਆਪ ਚ ਸੰਪੂਰਨ ਨਹੀਂ ਹੋ ਸਕਦਾ ਸੀਗਾ, ਜਿਹੜਾ ਕਿ ਦੂਸਰੇ ਵਾਕ ਦੇ ਨਾਲ ਆ ਕੇ ਹੀ ਅਰਥ ਗ੍ਰਹਿਣ ਕਰਦਾ, ਉਹਨੂੰ ਅਸੀਂ ਕਹਿੰਦੇ ਆ ਪ੍ਰਾਧੀਨ ਉਪਵਾਕ। ਤਾਂ ਜਿਹੜਾ ਸੰਯੁਕਤ ਵਾਕ ਆ ਇਹਦੇ ਵਿੱਚ ਹਮੇਸ਼ਾ ਦੋ ਸਵਾਧੀਨ ਉਪਵਾਕ ਹੁੰਦੇ ਨੇ ਜਿਨ੍ਹਾਂ ਦੇ ਜੋੜ ਮੇਲ ਤੋਂ ਮਿਲ ਕੇ ਸੰਯੁਕਤ ਵਾਕ ਬਣਦਾ। ਇਹਨੂੰ ਅਸੀਂ ਬਹੁ ਕਿਰਿਆਵੀ ਵਾਕ ਵੀ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਕਿਰਿਆ ਇੱਕ ਨਹੀਂ ਬਲਕਿ ਇੱਕ ਤੋਂ ਵਧੇਰੇ ਹੁੰਦੀਆਂ ਨੇ। ਜਿਵੇਂ ਕਿ ਮੈਂ ਪੜ੍ਹ ਰਹੀ ਹਾਂ, ਇੱਥੇ ਵੀ ਕਿਰਿਆ ਹੈ, ਰਹੀ ਹਾਂ। ਮੇਰਾ ਭਰਾ ਖੇਡ ਰਿਹਾ ਹੈ, ਇਹ ਵੀ ਕਿਰਿਆ ਵਾ। ਤਾਂ ਇੱਥੇ ਕਿਰਿਆ ਕਿੰਨੀਆਂ ਨੇ? ਇੱਕ ਤੋਂ ਵਧੇਰੇ ਨੇ। ਇਸੇ ਕਰਕੇ ਇਹਨੂੰ ਬਹੁ ਕਿਰਿਆਵੀ ਵਾਕ ਵੀ ਕਹਿੰਦੇ ਨੇ ਤੇ ਇਹਨੂੰ ਸੰਯੁਕਤ ਵਾਕ ਵੀ ਕਿਹਾ ਜਾਂਦਾ। ਅਗਲੀ ਸਾਡੇ ਕੋਲ ਵਾਕ ਦੀ ਕਿਸਮ ਹੈ, ਵਾਕ ਤਿੰਨ ਤਰ੍ਹਾਂ ਦੇ ਨੇ ਸਾਡੇ ਕੋਲ। ਮਿਸ਼ਰਤ ਵਾਕ। ਮਿਸ਼ਰਤ ਵਾਕ ਕੀ ਆ? ਮਿਸ਼ਰਤ ਉਪਵਾਕ ਕੀ ਆ? ਮਿਸ਼ਰਤ ਉਪਵਾਕ ਅਸੀਂ ਉਸ ਵਾਕ ਨੂੰ ਕਹਿੰਦੇ ਆ ਜਿਹਦੇ ਵਿੱਚ ਇੱਕ ਸਵਾਧੀਨ ਉਪਵਾਕ ਹੋਵੇ ਤੇ ਇੱਕ ਤੋਂ ਵਧੇਰੇ ਪ੍ਰਾਧੀਨ ਉਪਵਾਕ ਹੋਣ। ਇੱਕ ਵੀ ਹੋ ਸਕਦਾ, ਇੱਕ ਤੋਂ ਵਧੇਰੇ ਵੀ ਹੋ ਸਕਦੇ ਨੇ। ਪ੍ਰਾਧੀਨ ਉਪਵਾਕ ਮੈਂ ਪਹਿਲਾਂ ਵੀ ਕਹਿਤਾ ਜਿਹੜਾ ਆਪਣੇ ਆਪ ਸੰਪੂਰਨ ਨਹੀਂ ਹੁੰਦਾ ਬਲਕਿ ਵਾਕ ਦੇ ਨਾਲ ਮਿਲ ਕੇ ਆਪਣਾ ਅਰਥ ਸਾਕਾਰ ਕਰਦਾ। ਤੇ ਸਵਾਧੀਨ ਉਹ ਹੁੰਦਾ ਜਿਹੜਾ ਆਪਣੇ ਆਪ ਦੇ ਵਿੱਚ ਵਾਕ ਬਣਨ ਦੀ ਸਮਰੱਥਾ ਜਿਹੜੀ ਆ ਉਹ ਰੱਖਦਾ ਵਾ। ਤਾਂ ਸਵਾਧੀਨ ਉਪਵਾਕ ਪਲੱਸ ਪ੍ਰਾਧੀਨ ਉਪਵਾਕ ਦੇ ਸੰਜੋਗ ਤੋਂ ਮਿਲ ਕੇ ਮਿਸ਼ਰਤ ਉਪਵਾਕ ਬਣਦਾ। ਉਦਾਹਰਨ ਦੇ ਤੌਰ ਤੇ ਲੋਕ ਭਲੀ ਭਾਂਤੀ ਜਾਣਦੇ ਹਨ ਕਿ ਇਸ ਸਮੇਂ ਭ੍ਰਿਸ਼ਟਾਚਾਰ ਜ਼ੋਰਾਂ ਤੇ ਹੈ। ਦੂਜੀ ਐਗਜ਼ਾਮਪਲ ਲੈ ਲੈਂਦੇ ਆ ਕਿ ਸੁੰਦਰਤਾ ਉਹ ਹੈ ਜਿਸ ਦੀ ਸੌਂਕਣ ਵੀ ਤਾਰੀਫ ਕਰੇ। ਤਾਂ ਇਹ ਸਾਰੇ ਕੀ ਆ? ਮਿਸ਼ਰਤ ਵਾਕ ਨੇ। ਇਹ ਤਾਂ ਸੀਗਾ ਜੀ ਬਣਤਰ ਦੇ ਆਧਾਰ ਦੇ ਉੱਤੇ ਵਾਕਾਂ ਦੀ ਵੰਡ। ਬਣਤਰ ਦੇ ਆਧਾਰ ਤੇ ਵਾਕ ਤਿੰਨ ਕਿਸਮ ਦੇ ਨੇ, ਸਧਾਰਨ, ਸੰਯੁਕਤ ਤੇ ਮਿਸ਼ਰਤ, ਜਿਹਨੂੰ ਅਸੀਂ ਇੱਕ ਕਿਰਿਆਵੀ ਵਾਕ ਤੇ ਬਹੁ ਕਿਰਿਆਵੀ ਵਾਕ ਦੀ ਸੰਗਿਆ ਚ ਵੀ ਵੰਡਦੇ ਹਾਂ। ਹੁਣ ਅਸੀਂ ਕਰਾਂਗੇ ਕਾਰਜ ਦੇ ਆਧਾਰ ਤੇ ਵਾਕ ਦੀ ਵੰਡ। ਕਾਰਜ ਦੇ ਆਧਾਰ ਤੇ ਅਸੀਂ ਵਾਕਾਂ ਨੂੰ ਤਿੰਨ ਭਾਗਾਂ ਚ ਵੰਡਦੇ ਹਾਂ। ਪਹਿਲਾ ਹੈ ਪ੍ਰਸ਼ਨਵਾਚੀ ਵਾਕ, दूसरा है आज्ञावाची वाक ते तीसरा है बयानिया वाक। ਕਾਰਜ ਦੇ ਆਧਾਰ ਤੇ ਵਾਕਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਜਾਂਦਾ, ਪ੍ਰਸ਼ਨਵਾਚੀ ਵਾਕ, ਆਗਿਆਵਾਚੀ ਵਾਕ ਤੇ ਬਿਆਨੀਆ ਵਾਕ। ਪ੍ਰਸ਼ਨਵਾਚੀ ਵਾਕ ਉਹ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਕੋਈ ਪ੍ਰਸ਼ਨ ਪੁੱਛਿਆ ਜਾਂਦਾ, ਜਿਨ੍ਹਾਂ ਦਾ ਜਿਹੜਾ ਇਸ ਨੂੰ ਜਿਹੜਾ ਪ੍ਰਗਟਾਇਆ ਜਾਂਦਾ ਉਹ ਕੁਐਸਚਨ ਮਾਰਕ ਦੇ ਪੱਧਰ ਤੇ ਪ੍ਰਗਟਾਇਆ ਜਾਂਦਾ। ਇਹਨਾਂ ਨੂੰ ਅਸੀਂ ਪ੍ਰਸ਼ਨਵਾਚੀ ਵਾਕ ਕਹਿੰਦੇ ਆ। ਆਗਿਆਵਾਚੀ ਵਾਕ ਉਹ ਹੁੰਦੇ ਨੇ ਜਿਹਦੇ ਵਿੱਚ ਸਾਨੂੰ ਕੋਈ ਆਗਿਆ ਦਿੱਤੀ ਜਾਂਦੀ ਆ, ਕੋਈ ਹੁਕਮ ਦਿੱਤਾ ਜਾਂਦਾ ਵਾ, ਜਿਹਦੇ ਰਾਹੀਂ ਸਾਨੂੰ ਇਹ ਪਤਾ ਲੱਗਦਾ ਕਿ ਬੰਦਾ ਸਾਨੂੰ ਹੁਕਮ ਦੇ ਰਿਹਾ। ਜਿਵੇਂ ਇੱਧਰ ਆਓ, ਮੈਨੂੰ ਇਹ ਕੱਪ ਫੜਾਓ। ਇਸ ਤਰ੍ਹਾਂ ਦੇ ਜਿਹੜੇ ਵਾਕ ਨੇ ਉਹਨਾਂ ਨੂੰ ਅਸੀਂ ਆਗਿਆਵਾਚੀ ਵਾਕ ਕਹਿੰਦੇ ਆ।
ਬਿਆਨੀਆਂ ਵਾਕ ਉਹ ਹੁੰਦੇ ਨੇ ਜਿਹਦੇ ਵਿੱਚ ਅਸੀਂ ਕਿਸੇ ਘਟਨਾ ਦਾ, ਕਿਸੇ ਚੀਜ਼ ਦਾ ਬਿਆਨ ਕਰਦੇ ਹਾਂ, ਹਨਾ। ਜਿਵੇਂ ਮੈਂ ਕੱਲ ਖੇਤ ਗਿਆ, ਉੱਥੇ ਮੈਂ ਹਰੀ ਭਰੀ ਫਸਲ ਦੇਖੀ, ਉਸਨੂੰ ਦੇਖ ਕੇ ਮੇਰਾ ਮਨ ਖਿਲਖਿਲਾ ਉੱਠਿਆ, ਮੈਂ ਬਹੁਤ ਖੁਸ਼ ਹੋਇਆ, ਮੇਰਾ ਮਨ ਵੀ ਝੂਮਣ ਲੱਗਾ ਤੇ ਮੈਂ ਵੀ ਝੂਮਣ ਲੱਗਾ। ਇਸ ਤਰ੍ਹਾਂ ਦਾ ਜਿਹੜਾ ਵਾਕ ਆ ਉਹ ਹੈ ਬਿਆਨੀਆਂ ਵਾਕ। ਪ੍ਰਸ਼ਨਵਾਚੀ ਵਾਕ ਜਿਹਦੇ ਵਿੱਚ ਅਸੀਂ ਕੋਈ ਪ੍ਰਸ਼ਨ ਬੋਲਦੇ ਹਾਂ, ਤਾਂ ਵਾਚੀ ਵਾਕ ਚ ਅਸੀਂ ਕੋਈ ਵੀ, ਤੂੰ ਕੱਲ ਕਿੱਥੇ ਗਿਆ ਸੀ, ਤੂੰ ਕਿੱਧਰੋਂ ਆਇਆ, ਤੇਰਾ ਕੀ ਹਾਲ ਹੈ, ਇਸ ਤਰ੍ਹਾਂ ਦੇ ਜਿਹੜੇ ਵਾਕ ਆ ਉਹ ਪ੍ਰਸ਼ਨਵਾਚੀ ਵਾਕ ਬਣਨਗੇ। ਆਗਿਆਵਾਚੀ, ਜਿਨ੍ਹਾਂ ਵਿੱਚ ਕੋਈ ਹੁਕਮ ਦਿੱਤਾ ਜਾਂਦਾ, ਕਿਸੇ ਆਗਿਆ ਦੀ ਪਾਲਣਾ ਕੀਤੀ ਜਾਂਦੀ ਆ, ਉਸਨੂੰ ਅਸੀਂ ਆਗਿਆਵਾਚੀ ਵਾਕ ਕਹਿੰਦੇ ਆ। ਤੇ ਬਿਆਨੀਆਂ ਵਾਕ ਜਿਹਦੇ ਵਿੱਚ ਕਿਸੇ ਗੱਲ ਦਾ ਬਿਆਨ ਕੀਤਾ ਹੁੰਦਾ ਵਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਇਹ ਲੈਕਚਰ ਆ ਕਾਫੀ ਵਧੀਆ ਲੱਗਿਆ ਹੋਵੇਗਾ, ਤੁਹਾਡੇ ਕਾਫੀ ਕੰਮ ਵੀ ਆਵੇਗਾ। ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਅਸੀਂ ਹੋਰ ਕਿਹੜੇ ਵਿਸ਼ੇ ਦੇ ਉੱਤੇ ਜਿਹੜੀ ਵੀਡੀਓ ਆ ਉਹ ਲੈ ਕੇ ਆਈਏ। ਇੱਕ ਜ਼ਰੂਰੀ ਸੂਚਨਾ ਤੁਹਾਡੇ ਲਈ, ਜੇ ਤੁਸੀਂ ਮਾਸਟਰ ਕੇਡਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕੋਚਿੰਗ ਲੈਣੀ, ਤਾਂ ਅਸੀਂ ਜਨਵਰੀ ਤੋਂ ਜਿਹੜਾ ਬੈਚ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਤੁਸੀਂ ਸਾਨੂੰ ਆਪਣਾ ਨਾਮ ਰਜਿਸਟਰ ਕਰਾ ਸਕਦੇ ਹੋ। ਸਾਡੇ ਨੰਬਰ ਤੇ ਸਾਨੂੰ ਫੋਨ ਕਰਕੇ ਆਪਣਾ ਨਾਮ ਰਜਿਸਟਰ ਕਰਾਓ। ਸਾਨੂੰ WhatsApp ਤੇ ਵੀ ਤੁਸੀਂ ਜਿਹੜਾ ਮੈਸੇਜ ਆ ਉਹ ਕਰ ਸਕਦੇ ਹੋ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਇਹ ਲੈਕਚਰ ਪਸੰਦ ਆਇਆ ਹੋਵੇਗਾ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।